साहिब जी बिलावला महला नौमा जा मैं भजन राम को नाही तेह नर जन्म अकारत खोया जय राखो मन माही रहाओ तीरथ कर व्रत पुन रख नह मनुआ बस जाको नेह फल धर्म ताहे तुम मानो साच कहत मैं जाको जैसे पाहन जल में रखूं पीत नहीं तह पानी तैसे ही तुम ताहे पछानो भगत हीन जो प्राणी कल मैं मुक्त नाम ते पावत गोरा यह भेद बतावे काहु नानक सोई नर गुरुआ जो प्रभ के गुण गावे काल मैं मुक्त नाम ते पावत गुर जह भेद बतावे काहु नानक सोई नर करुआ जो प्रभ के गुण गावे। वाहिगुरु जी का खालसा वाहिगुरु जी की फतेह। चवर छत्र तख्त दे मालक वाली कुल आलम धन धन साहिब श्री गुरु ग्रंथ साहिब जी महाराज तिन्हां दी पावन पवित्र निगी गोद अंदर आप समूह हाजरीन संध्या के दीवाना अंदर हाजरियां भर रहे हो। चल रही लड़ीवार विचार पावन पवित्र बाणी धन धन गुरु तेग बहादुर पातशाह जी के मुखारबिंद तो उच्चारण की हुई। राग बिलावल के अंदर सतगुरु पातशाह जी का एक तीसरा शब्द है पावन अंक 831 के उपर सुभाएमान। बिलावल राग के अंदर सतगुरु पातशाह जी के 3 ही शब्द सन जिन्हां दे विचों एक अखीरी शब्द है जिसकी विचार आप जी नाल सांझी करनी है। बिलावल राग का गुरदेव सतगुरु जो सानू उपदेश अज दे इस पावन पवित्र शब्द के राही बख्शिश कर रहे ने। सतगुरु पातशाह जी विचारां की अरबता जिहड़ी है वो रहाओ के वंद तो कर रहे हैं। पहली पंक्ति दे विच रहाओ की पंक्ति जिहड़ी है वो दर्ज है। सतगुरु पातशाह जी इहदे विच जो मुढ़ला उपदेश बख्शिश करते हैं वो है जा मैं भजन राम को नाही तेह नर जन्म अकारत खोया जह राखो मन माही रहाओ। गुरदेव सतगुरु संसार के अंदर उस मनुख की गल करते हैं जिहड़ा भगती तो हीना है, जिहदे अंदर परमात्मा की बंदगी जिहड़ी है गुणां दा वो खजाना नहीं समाया। जिस तरह के नाल साध संगत जी पेड़ के उपर सुंदर दरखत होवे उन्होंने सुंदर सुंदर फल लगे होण पर उन्हां फलों के विच जेकर रस नहीं मिठास नहीं तो वो फल जिहड़े ने कड़वे ने तो उन्हां दा बाजार दे विच फिर कोई मुल नहीं पिया करता। क्यों? क्योंकि उन्हां दे अंदर रस ही नहीं, उन्हां दे अंदर गुण ही नहीं। जिस मिठास के कारण उन्हां दे विच गुण भरना सी वो गुण ही नहीं उन्हां दे विच भरिया ते उन्हां दा मुल कोई भी नहीं पाएगा, कोई उन्हां दी कीमत नहीं पाएगी।
ਤੇ ਗੁਰਦੇਵ ਸਤਿਗੁਰੂ ਇਸੇ ਚੀਜ਼ ਨੂੰ ਸਮਝਾਉਣ ਦੇ ਲਈ ਯਤਨ ਕਰ ਰਹੇ ਨੇ ਪਾਤਸ਼ਾਹ ਜੀ, ਵੀ ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਵਿੱਚ ਉਹ ਮਨੁੱਖ ਦੇਖੇ ਹੋਣਗੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹਦੀ ਉਦਾਹਰਣ ਦਿੰਦੇ, ਪਾਤਸ਼ਾਹ ਬਚਨ ਕਰਦੇ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਟਾਠੀਆਂ ਕੰਮ ਨਾ ਆਵਈ ਵਿੱਚੋਂ ਸਖਣੀਆਂ। ਕਹਿੰਦੇ ਉਹ ਮਹਿਲ, ਉਹ ਕੋਠੇ, ਉਹ ਮੰਡਪ, ਉਹ ਮਾੜੀਆਂ ਤੁਸੀਂ ਵੇਖੇ ਹੋਣਗੇ। ਕੋਈ ਇਮਾਰਤ ਜਿਹੜੀ ਹੈ ਬਹੁਤ ਸੁੰਦਰ ਹੈ, ਬਾਹਰੋਂ ਰੰਗ ਰੋਗਨ ਕਰਕੇ ਉਹਨੂੰ ਬੜਾ ਸੁੰਦਰ, ਬੜਾ ਖੂਬਸੂਰਤ ਬਣਾਇਆ ਗਿਆ, ਪਰ ਉਸ ਇਮਾਰਤ ਨੂੰ ਜਦੋਂ ਖੋਲ੍ਹਿਆ ਗਿਆ, ਉਹਦੇ ਅੰਦਰ ਪ੍ਰਵੇਸ਼ ਕੀਤਾ ਗਿਆ ਤਾਂ ਦੇਖਿਆ ਅੰਦਰ ਕੋਈ ਵੀ ਜਨ ਉਹਦੇ ਰਹਿੰਦਾ ਨਹੀਂ। ਤੇ ਜਿਸ ਘਰ ਦੇ ਵਿੱਚ, ਇਹ ਸੁਭਾਵਿਕ ਗੱਲ ਹੈ, ਜਿਸ ਘਰ ਦੇ ਵਿੱਚ ਤੁਸੀਂ ਨਵਾਂ ਮਕਾਨ ਬਣਾਓ, ਉਹਨੂੰ ਰੰਗ ਰੋਗਨ ਕਰਕੇ ਖੂਬਸੂਰਤ ਸੁੰਦਰ ਬਣਾ ਕੇ ਉਸ ਮਕਾਨ ਦੇ ਅੰਦਰ ਸਾਰੀਆਂ ਵਸਤੂਆਂ ਜਿਹੜੀਆਂ ਨੇ ਲੋੜ ਦੀਆਂ ਉਹ ਰੱਖ, ਸਾਜੋ ਸਮਾਨ ਸਜਾ ਦਿੱਤੇ ਜਾਣ, ਰੱਖ ਦਿੱਤੇ ਜਾਣ। ਉਹਨੂੰ ਤੱਕ ਫਿਰ ਤੁਸੀਂ ਤਾਲਾ ਲਾ ਦਿਓ, ਤਕਰੀਬਨ 6 ਮਹੀਨੇ ਉਹਨੂੰ ਬੰਦ ਰਹਿਣ ਦਿਓ। 6 ਮਹੀਨੇ ਦੇ ਬਾਅਦ ਉਸ ਮਕਾਨ ਨੂੰ ਜਾ ਕੇ ਖੋਲ੍ਹ ਕੇ ਵੇਖੋ, ਉਹਦੇ ਅੰਦਰ ਜੋ ਸਾਜੋ ਸਮਾਨ ਪਿਆ ਸੀ, ਦੇਖੋ ਉਹਦੇ ਉੱਤੇ ਮਣ ਘੱਟਾ ਜਿਹੜਾ ਹੈ ਗੰਦਗੀ ਉਹ ਭਰੀ ਹੋਵੇਗੀ। ਥਾਂ ਥਾਂ ਦੇ ਉੱਤੇ ਜਾਲੇ ਲੱਗੇ ਹੋਣਗੇ, ਦੀਵਾਰਾਂ ਕੰਧਾਂ ਜਿਹੜੀਆਂ ਨੇ ਉਹ ਸੀਲਿੰਗ ਦੇ ਨਾਲ ਉਹਨਾਂ ਦਾ ਰੰਗ ਜਿਹੜਾ ਹੈ ਉਹ ਕਿਰ ਕੇ ਥੱਲੇ ਜ਼ਮੀਨ ਦੇ ਉੱਤੇ ਡਿੱਗਿਆ ਹੋਵੇਗਾ। ਗੰਦਗੀ ਫੈਲੀ ਹੋਏਗੀ ਸਾਰੇ ਘਰ ਦੇ ਵਿੱਚ, ਉਹਦੇ ਵਿੱਚ ਕੋਈ ਰਹਿ ਵੀ ਨਹੀਂ ਸਕਦਾ। ਇਸ ਤਰ੍ਹਾਂ ਦੀ ਅੰਦਰੋਂ ਬਦਬੂ ਜਿਹੜੀ ਹੈ ਉਹਦੇ ਵਿੱਚ ਵਾਪਰ ਰਹੀ ਹੋਵੇਗੀ। ਤੇ ਗੁਰਦੇਵ ਸਤਿਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਉਹ ਇਹ ਸਮਝਾਉਣਾ ਚਾਹੁੰਦੇ ਨੇ, ਬੇਸ਼ੱਕ ਦੀ ਕੋਈ ਮਕਾਨ ਬਾਹਰੀ ਤੌਰ ਦੇ ਉੱਤੇ ਖੂਬਸੂਰਤ ਨਾ ਵੀ ਹੋਵੇ, ਪਰ ਉਹਦੇ ਅੰਦਰ ਜਿਸ ਵੇਲੇ ਕੋਈ ਰਹਿੰਦਾ ਨਾ, ਕਿਸੇ ਦੀ ਵਸੋਂ ਹੁੰਦੀ ਹੈ ਤੇ ਉਹ ਅੰਦਰੋਂ ਸਾਫ਼ ਸੁਥਰਾ ਹੁੰਦਾ ਹੈ, ਸੁੰਦਰ ਹੁੰਦਾ ਹੈ। ਪਰ ਰੰਗ ਰੂਪ ਦੇ ਨਾਲ ਮਕਾਨ ਨੂੰ ਸੋਹਣਾ ਬਣਾ ਦਿੱਤਾ ਜਾਵੇ, ਅੰਦਰ ਉਹਦੇ ਕੋਈ ਰਹਿੰਦਾ ਨਹੀਂ, ਤੇ ਉਹਨੂੰ ਅਸੀਂ ਇੱਕੋ ਇੱਕ ਨਾਮ ਦਿੰਦੇ ਹਾਂ, ਉਹਨੂੰ ਖੰਡਰ ਕਿਹਾ ਜਾਂਦਾ ਹੈ। ਤੇ ਪਾਤਸ਼ਾਹ ਕਹਿੰਦੇ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਟੱਠੀਆਂ ਕੰਮ ਨਾ ਆਵੀਂ ਵਿੱਚੋਂ ਸਖਣੀਆਂ। ਕਹਿੰਦੇ ਕੀ ਫਾਇਦਾ ਉਹਨਾਂ ਮਕਾਨਾਂ ਦਾ ਸੁੰਦਰ ਬਣਿਆ ਹੋਇਆਂ ਦਾ ਜਿਨ੍ਹਾਂ ਦੇ ਅੰਦਰ ਕੋਈ ਵਸਦਾ ਹੀ ਨਹੀਂ। ਤੇ ਪਾਤਸ਼ਾਹ ਜੀ ਨੇ ਇਹਦੀ ਤੁਲਨਾ ਕੀਤੀ ਹੈ ਮਨੁੱਖ ਦੇ ਸਰੀਰ ਦੇ ਨਾਲ, ਜਿਹੜਾ ਬਚਨ ਸਤਿਗੁਰੂ ਪਾਤਸ਼ਾਹ ਇੱਥੇ ਕਰਦੇ ਨੇ ਵੀ ਜਾਂ ਮੈਂ ਭਜਨ ਰਾਮ ਕੋ ਨਾਹੀ, ਜਿਸ ਹਿਰਦੇ ਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ, ਉਹਦਾ ਭਜਨ ਨਹੀਂ। ਪਾਤਸ਼ਾਹ ਕਹਿੰਦੇ ਉਸ ਹਿਰਦੇ ਦੀ ਬਿਦ, ਉਸ ਹਿਰਦੇ ਦੀ ਹਾਲਤ ਕੀ ਹੋਵੇਗੀ? ਉੱਥੇ ਤੇ ਫਿਰ ਵਿਕਾਰਾਂ ਰੂਪੀ ਜਾਲੇ ਹੀ ਲੱਗੇ ਹੋਣਗੇ ਨਾ, ਉੱਥੇ ਗੰਦਗੀ, ਕਰਕਟ, ਧੂੜ, ਮਿੱਟੀ ਆਦਿ ਉੱਥੇ ਛਾਇਆ ਹੋਵੇਗਾ, ਉਹਦੇ ਵਿੱਚ ਸਫਾਈ ਕੋਈ ਨਹੀਂ। ਤੇ ਪਾਤਸ਼ਾਹ ਕਹਿੰਦੇ, ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਗੁਰਦੇਵ ਸਤਿਗੁਰੂ ਮਾਫ਼ ਕਰਨਾ ਸਾਧ ਸੰਗਤ ਜੀ, ਇੱਥੇ ਜੋ ਸਮਝਾਉਣਾ ਚਾਹੁੰਦੇ ਪਾਤਸ਼ਾਹ ਕਹਿੰਦੇ, ਤੇਹ ਨਰ ਜਨਮ ਅਕਾਰਥ ਖੋਇਆ, ਜਹ ਰਾਖੋ ਮਨ ਮਾਹੀ। ਵੀ ਸਮਝ ਲਵੋ ਉਹਨੇ ਆਪਣਾ ਜਨਮ ਜਿਹੜਾ ਹੈ ਨਾ ਅਕਾਰਥ ਹੀ ਗਵਾ ਲਿਆ। ਅਕਾਰਥ ਉਹਨੇ, ਅਕਾਰਥ ਦਾ ਮਤਲਬ ਹੁੰਦਾ ਕਿਸੇ ਅਰਥ ਵਿੱਚ ਨਹੀਂ, ਕਿਸੇ ਮਾਇਨੇ ਦੇ ਵਿੱਚ ਨਹੀਂ, ਉਹਦੇ ਜੀਵਨ ਦਾ ਫਿਰ ਕੋਈ ਲਾਭ ਵੀ ਨਹੀਂ। ਜਿਸ ਤਰ੍ਹਾਂ ਦੇ ਨਾਲ ਇੱਕ ਕਿਸਾਨ ਜਿਹੜਾ ਹੈ ਨਾ, ਇੱਕ ਕਿਸਾਨ ਜਿਹੜਾ ਹੈ ਜਿਹਨੇ ਘਰ ਦੇ ਵਿੱਚ ਜਿਹੜੇ ਨੇ ਮੱਝੀਆਂ, ਡੰਗਰ ਇਤਿਆਦ ਪਾਲੇ ਹੋਏ ਨੇ, ਉਹ ਦੇਖੋ ਵੀ ਉਹ ਗਾਈਆਂ ਨੂੰ, ਮੱਝੀਆਂ ਆਦਿਆਂ ਨੂੰ ਉਹ ਚਾਰਾ ਖਿਲਾਉਂਦਾ ਹੈ। ਤੇ ਚਾਰਾ ਖਿਲਾਉਣ ਦਾ ਉਹਦਾ ਮਕਸਦ ਕੀ ਹੈ? ਵੀ ਇਹਨਾਂ ਦੇ ਪਾਸੋਂ ਦੁੱਧ ਪ੍ਰਾਪਤ ਕੀਤਾ ਜਾਵੇ। ਤੇ ਜੇ ਚਾਰਾ ਖਿਲਾਉਣ ਤੋਂ ਬਾਅਦ ਦੇ ਵਿੱਚ ਵੀ ਉਹ ਗਾਏ, ਉਹ ਭੈਂਸ ਦੁੱਧ ਨਾ ਦੇਵੇ, ਤੇ ਫਿਰ ਚਾਰਾ ਖਿਲਾਉਣ ਦਾ ਲਾਭ ਕੀ ਹੋਇਆ, ਮੁੱਲ ਕੀ ਪਿਆ? ਤੇ ਪਾਤਸ਼ਾਹ ਕਹਿੰਦੇ, ਤੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਕਹਿੰਦੇ ਜੇਕਰ ਕੋਈ ਗਊ ਜਿਹੜੀ ਹੈ ਚਾਰਾ ਖਾ ਕੇ ਵੀ ਉਹ ਕਿਸੇ ਘਰ ਦੇ ਵਿੱਚ ਦੁੱਧ ਨਹੀਂ ਨਾ ਦਿੰਦੀ, ਉਹਦੀ ਸੇਵਾ ਪੂਰੀ ਕੀਤੀ ਜਾਂਦੀ ਪਰ ਉਹ ਦੁੱਧ ਨਹੀਂ ਦਿੰਦੀ, ਫਿਰ ਉਹ ਕਿਸੇ ਕੰਮ ਨਹੀਂ ਆਉਂਦੀ, ਉਹਨੂੰ ਕੋਈ ਆਪਣੇ ਘਰ ਵਿੱਚ ਰੱਖਦਾ ਵੀ ਨਹੀਂ। ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ।
जिस तरह दे नाल एक किसान जिहड़ा है कहंदे उन्हें फसल बीजी ते उहनूं पानी दिता, उस पानी दे नाल वो फसल जिहड़ी है लै लहा उठदी है, उहनूं फल पैंदा, उहनूं बूर पैंदा ते जिहड़ा पिया होया फल जिहड़ा है पक्किया होया फसल दा उहनूं बेच वट के 4 पैसे वट्टे जांदे ने। ते पातशाह कहंदे जेकर फसल नूं पानी ही ना दिता जावे, जल बिन शाख कुमलावती, कहंदे फिर वो शाख जिहड़ी है वो बूटे जिहड़े ने जल तो बगैर वो सुक जाणगे, कमला जाणगे, वो सोका पै जाएगा, वो हरियावल उन्हां विच नहीं रहेगी। जल बिन शाख कुमलावती उपजै नाही दाम। ते पातशाह कहंदे फिर उहनूं बेच के सुक्की हुई फसल नूं बेच के कोई मुल भी वटिया नहीं जा सकता, कोई कीमत भी वसूल नहीं की जा सकती। तो ये हालत जिहड़ी है मनुख की पातशाह समझाउणा चाहुंदे ने भी जिस हिरदे विच परमात्मा की बंदगी नहीं ना, जिस हिरदे विच परमात्मा का रब्बी इलाही इल्हाम जिहड़ा है वो नहीं वसदा, जिथे रब्बी गुण नहीं वसदे, पातशाह कहंदे वो हिरदा फिर किदां दा होवेगा, वो हिरदा किदां दा होवेगा। जिन्हों गुरुदेव सतगुरु ए भी समझाउंदे ने सानू, जां कर साधना सेविया हर की सेवा नाहे, कहंदे जां कर साधना सेविया हर की सेवा नाहे। एक हर हिरदे की गल चल रही है, जिस हिरदे दे विच साधना सेवी है, जिथे सत संगत भजन बंदगी नहीं होंदी, जिथे बैठ के असी भजन बंदगी नहीं करते, परमात्मा की आराधना नहीं करते, असी भजन बंदगी विच सम्मिलित नहीं होंदे, हर की सेवा ना है, परमात्मा की उपासना नहीं, ओदी उस्तत नहीं, ते कर मरकट सारखे पूत वसै तह माहे। ते पातशाह जी ने साध संगत जी किड्डा तकड़ा वचन कर दिता, कहंदे फिर वो घर दे विच रहन वाले जन नहीं हो सकते, वो मनुख नहीं हो सकते, वो घर भी घर नहीं हो सकता। ते घर मरकट सारखे भूत वसै तेह माहे, फिर वो लोग वो मनुख सुंदर नहीं, वो सोहने लोग नहीं, सही सुंदर सोहने नाम संग जे बहने, जिहड़े नाम दे संग बैठते ने, भजन बंदगी च बहते ने, वही तो जन सोहने लगते। पातशाह कहते उन्हां दी तुलना करते, कहते वो डरावने भूतां दे वांग ने वो लोग जिस हिरदे विच परमात्मा की बंदगी नहीं। तो इत्थे तक सतगुरु पातशाह ने वचन किया, कहते बिन सिमरन जो जीवन बल्ला सर्प जैसे अर जारी, परमात्मा की बंदगी तो बगैर साडा जीवन पता किद्दां है, जिद्दां सप जिहड़ा है ना अपने ही जहर तो परेशान हुंदा है, इस तरह के नाल साडी जिंदगी असी दुखां कलेसां दे विच विकारां दे विच रह के परेशान ही हुंदे रहंदे हैं, पर परमात्मा की बंदगी जे साडे कोल नहीं। ते गुरुदेव सतगुरु फिर सानू ये समझाउंदे ने, देह नर जन्म अकारथ खोया जै राखो मन माही। अपने मन दे विच इस गल नूं जहन विच वसाला, पल्ले ना बन ला, उन्हें अपना जन्म जिहड़ा ना परमात्मा की बंदगी तो वांझिया रह के उन्हें अपना जीवन व्यर्थ ही गवा दिता है। तीरथ करे व्रत फुन राकै तह मनुआ बस जाको। ते पातशाह कहते तीरथ करे व्रत फुन रखै नह मनुआ बस जाको। इत्थे धार्मिक कर्मां की गल आई भी तीर्थां दे उत्ते जाना, व्रत इत्याद रखने। हुण माफ़ करना साध संगत, तीर्थां ते जाण दा मनोरथ की हुंदा है भी वो तीरथ जिहड़े ने जिन्हां दे नाल कोई इतिहास जुड़िया होया है, जिथे निरंतर भजन बंदगी इत्यादि चलती है, जिथे वड्डे वड्डे नाम जपण वाले नाम लेवा श्रद्धालु संत जन जिथे आउंदे ने, जिथे जिन्हां दा वासा हुंदा, उस अस्थान ते जाके असी उतों कुछ सिੱਖਿਆ लै सकीए, अपना जीवन उतों बदल सकीए। उस स्थान ते जाया सानू एक नवी स्प्रिट जिहड़ी है वो मिलती है, जीवन जाच मिलती है उस स्थान ते जाया। पर पातशाह कहते
ਜੇ ਧਾਰਮਿਕ ਅਸਥਾਨਾਂ 'ਤੇ ਜਾਇਆ